आज़ादी का अमृत महोत्सव ਨੂੰ ਸਮਰਪਿਤ आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕਿਤੂਰ ਦੀ ਰਾਣੀ ਚੇन्नम्मा ਬਾਰੇ ਦੱਸਾਂਗੇ। ਪੇਸ਼ ਹੈ ਇੱਕ ਰਿਪੋਰਟ। अक्टूबर 1778 ਨੂੰ ਕਿਤੂਰ ਦੀ ਰਾਣੀ ಚೆನ್ನಮ್ಮ ਦੀ ਬਰਸੀ ਹੈ। ಕಿತ್ತೂರ ಚೆನ್ನಮ್ಮ ಹಿಡಿದರ ಖಡ್ಗ ಬ್ರಿಟಿಷರಿಗೆ ಹುಟ್ಟುತ್ತಿದ್ದ ನಡಗ ಎದುರಾಳಿನ ಎದಿಯ ಸೀಳಿ ಕೊಟ್ಟಾಳು ಮನ್ನ ತಲುವರ ಹಿಡಿದು ಮಾಡಿದ್ರ ಯುದ್ಧ ಕಿತ್ತೂರ ಸೈನ್ಯ ಬರ್ತಿದ್ದ ಗೆದ್ದ ಕಿತ್ತೂರ ಸಂಸ್ಥಾನದ ಅಧಿಪತಿಯಾಗಿ ಆಳಿದು ಚೆನ್ನಮ್ಮ। ਉਹ ਉਹਨਾਂ ਮਹਿਲਾ ਸ਼ਾਸਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ 1824 ਵਿੱਚ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਹਥਿਆਰਬੰਦ ਵਿਰੋਧੀ ਅਗਵਾਈ ਕੀਤੀ। ਬਚਪਨ ਤੋਂ ਹੀ ਉਹਨਾਂ ਨੇ ਘੁੜਸਵਾਰੀ, ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਸਮੇਤ ਯੁੱਧ ਜਿੱਤਣ ਲਈ ਸਾਰੇ ਜ਼ਰੂਰੀ ਕੌਸ਼ਲ ਪ੍ਰਾਪਤ ਕਰ ਲਏ ਸੀ ਅਤੇ ਬਹੁਤ ਜਲਦ ਉਹ ਆਪਣੀ ਬਹਾਦਰੀ ਲਈ ਜਾਣੀ ਜਾਣ ਲੱਗੀ। ਅੰਗਰੇਜ਼ਾਂ ਨੇ ਰਾਜ ਨੂੰ ਹੜਪਣ ਦੀ ਨੀਤੀ ਤਹਿਤ 1824 ਵਿੱਚ ਕਿਤੂਰ 'ਤੇ ਕਬਜ਼ਾ ਕਰ ਲਿਆ। ਜਦ ਮਹਾਰਾਣੀ ਨੇ ਬ੍ਰਿਟਿਸ਼ ਕਬਜ਼ੇ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਬ੍ਰਿਟਿਸ਼ ਸੈਨਾ ਨੇ 400 ਬੰਦੂਕਾਂ ਨਾਲ ਲੈਸ 20,000 ਸੈਨਿਕਾਂ ਨਾਲ 1824 ਵਿੱਚ ਕਿਤੂਰ 'ਤੇ ਹਮਲਾ ਕਰ ਦਿੱਤਾ। ਉਹਨਾਂ ਦਾ ਇਰਾਦਾ ਕਿਤੂਰ ਦੇ ਗਹਿਣਿਆਂ ਅਤੇ 15 ਲੱਖ ਰੁਪਏ ਦੇ ਖਜ਼ਾਨੇ 'ਤੇ ਕਬਜ਼ਾ ਕਰਕੇ ਕਿਤੂਰ ਨੂੰ ਆਰਥਿਕ ਰੂਪ ਵਿੱਚ ਕਮਜ਼ੋਰ ਕਰਨਾ ਅਤੇ ਮਹਾਰਾਣੀ ਨੂੰ ਸਿੰਘਾਸਨ ਤੋਂ ਹੇਠਾਂ ਲਾਉਣਾ ਸੀ। ਅੰਗਰੇਜ਼ਾਂ ਦੇ ਮੁਕਾਬਲੇ ਘੱਟ ਸੈਨਾ ਦੇ ਬਾਵਜੂਦ ਚੇन्नम्मा ਨੇ ਦੁਸ਼ਮਣਾਂ ਨੂੰ ਵੱਡੀ ਟੱਕਰ ਦਿੱਤੀ ਤੇ ਪਹਿਲਾ ਯੁੱਧ ਜਿੱਤਿਆ। ਬ੍ਰਿਟਿਸ਼ ਸੈਨਾ ਨੂੰ ਜ਼ਬਰਦਸਤ ਨੁਕਸਾਨ ਉਠਾਉਣਾ ਪਿਆ ਤੇ 2 ਬ੍ਰਿਟਿਸ਼ ਅਧਿਕਾਰੀ ਸਰ ਵਾਲਟਰ ਇਲੀਅਟ ਅਤੇ ਸਟੀਵਨਸਨ ਨੂੰ ਕੈਦ ਕਰ ਲਿਆ ਗਿਆ। ਇਸ ਨਾਲ ਚੇन्नम्मा ਨੂੰ ਯੁੱਧ ਵਿਰਾਮ ਲਈ ਆਪਣੀਆਂ ਸ਼ਰਤਾਂ ਮਨਾਉਣ ਵਿੱਚ ਆਸਾਨੀ ਹੋਈ। ਚੇन्नम्मा ਯੁੱਧ ਸਮਾਪਤ ਕਰਨ ਅਤੇ ਆਪਣੇ ਬੇਟੇ ਨੂੰ ਸਿੰਘਾਸਨ ਤੇ ਬਿਠਾਉਣ ਦੀ ਸ਼ਰਤ ਤੇ ਬ੍ਰਿਟਿਸ਼ ਕੈਦੀਆਂ ਨੂੰ ਰਿਹਾ ਕਰਨ ਲਈ ਸਹਿਮਤ ਹੋ ਗਈ। ਈਸਟ ਇੰਡੀਆ ਕੰਪਨੀ ਦੇ ਕਮਿਸ਼ਨਰ ਚੈਪਲਨ ਨੇ ਇਹ ਸ਼ਰਤ ਮੰਨ ਲਈ ਤੇ ਕੈਦੀ ਰਿਹਾ ਕਰ ਦਿੱਤੇ ਗਏ। ਹਾਲਾਂਕਿ ਸਿੱਧੇ ਤੌਰ ਤੇ ਬ੍ਰਿਟਿਸ਼ ਸੈਨਾ ਨੇ ਦੂਜਾ ਵਿਸ਼ਵ ਯੁੱਧ ਛੇੜ ਦਿੱਤਾ। ਉਹ ਇੱਕ ਮਹਿਲਾ ਤੋਂ ਅਪਮਾਨਜਨਕ ਹਾਰ ਨੂੰ ਪਚਾ ਨਹੀਂ ਪਾ ਰਹੇ ਸਨ। ਇਸ ਲਈ ਉਹਨਾਂ ਨੇ ਮੈਸੂਰ ਤੇ ਸੋਲਾਪੁਰ ਵਿੱਚ ਸੈਨਾ ਵਿੱਚ ਘੁਸਪੈਠ ਦੀ ਸਾਜ਼ਿਸ਼ ਰਚੀ। ਉਹਨਾਂ ਨੇ ਚੇन्नम्मा ਦੇ 2 ਸੈਨਿਕਾਂ ਨੂੰ ਤੋੜ ਲਿਆ ਤੇ ਬਾਰੂਦ ਵਿੱਚ ਗੋਬਰ ਤੇ ਗੰਦਗੀ ਮਿਲਾ ਦਿੱਤੀ। ਇਸ ਵਾਰ ਚੇन्नम्मा ਨੂੰ ਫੜ ਲਿਆ ਗਿਆ ਅਤੇ ਬੇਲਹੌਂਗਲ ਜ਼ਿਲ੍ਹੇ ਵਿੱਚ ਜੀਵਨ ਭਰ ਲਈ ਕੈਦ ਕਰ ਦਿੱਤਾ ਗਿਆ। 21 ਫਰਵਰੀ 1829 ਨੂੰ ਚੇन्नम्मा ਸਵਰਗਵਾਸ ਹੋ ਗਈ। ਰਾਣੀ ਚੇन्नम्मा ਦਾ ਅੰਤਿਮ ਸੰਸਕਾਰ ਬੇਲਹੌਂਗਲ ਤਾਕੁਲ ਵਿੱਚ ਕੀਤਾ ਗਿਆ। ਉਹਨਾਂ ਦੀ ਵਿਰਾਸਤ ਅਤੇ ਪਹਿਲੀ ਜਿੱਤ ਹੁਣ ਵੀ ਕਿਤੂਰ ਵਿੱਚ ਧੂਮਧਾਮ ਨਾਲ ਯਾਦ ਕੀਤੀ ਜਾਂਦੀ ਹੈ ਤੇ 22 ਤੇ 24 ਅਕਤੂਬਰ ਦੇ ਦੌਰਾਨ ਕਿਤੂਰ ਉਤਸਵ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ 23 ਅਕਤੂਬਰ 1934 ਨੂੰ ਮਹਾਤਮਾ ਗਾਂਧੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਰਾਜਨੀਤੀ ਛੱਡ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਸਰਗਰਮ ਰਾਜਨੀਤੀ ਛੱਡ ਕੇ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਵੀ ਤਿਆਗ ਪੱਤਰ ਦੇ ਰਹੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਰਚਨਾਤਮਕ ਕਾਰਜਾਂ ਅਤੇ ਹਰੀਜਨ ਕਲਿਆਣ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਕਰਨਾ ਚਾਹੁੰਦੇ ਨੇ। ਉਹ ਪਾਰਟੀ ਦੀ ਸਥਿਤੀ ਨਾਲ ਅਸਹਿਮਤ ਨਹੀਂ ਸਨ ਲੇਕਿਨ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਜੇ ਤਿਆਗ ਪੱਤਰ ਦਿੱਤਾ ਗਿਆ ਹੈ ਤਾਂ ਭਾਰਤੀ ਜਨਤਾ ਦੇ ਵਿੱਚ ਉਹਨਾਂ ਦੀ ਲੋਕਪ੍ਰਿਯਤਾ ਘਟ ਕੇ ਕੇਵਲ ਮੈਂਬਰਸ਼ਿਪ ਤੱਕ ਹੀ ਸੀਮਤ ਰਹਿ ਜਾਵੇਗੀ। ਉਹਨਾਂ ਦਿਨਾਂ ਵਿੱਚ ਪਾਰਟੀ ਵਿੱਚ ਕਮਿਊਨਿਸਟਾਂ, ਸਮਾਜਵਾਦੀਆਂ, ਟ੍ਰੇਡ ਯੂਨੀਅਨ, ਵਿਦਿਆਰਥੀਆਂ, ਧਾਰਮਿਕ ਰੂੜੀਵਾਦੀਆਂ, ਕਾਰੋਬਾਰੀਆਂ ਦੇ ਸਮਰਥਕਾਂ ਸਮੇਤ ਵੱਖ-ਵੱਖ ਧਿਰਾਂ ਸ਼ਾਮਲ ਸਨ ਅਤੇ ਗਾਂਧੀ ਜੀ ਚਾਹੁੰਦੇ ਸਨ ਕਿ ਉਹਨਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਗਾਂਧੀ ਜੀ ਦਾ ਇਹ ਵਿਸ਼ਵਾਸ ਸੀ ਕਿ ਕਾਂਗਰਸ ਪਾਰਟੀ ਦੇ ਪ੍ਰਮੁੱਖ ਮੈਂਬਰਾਂ ਨੇ ਰਾਜਨੀਤਿਕ ਮਾਧਿਅਮ ਦੇ ਰੂਪ ਵਿੱਚ ਅਹਿੰਸਾ ਨੂੰ ਅਪਣਾਇਆ ਹੈ ਤੇ ਇਸ ਨੂੰ ਬੁਨਿਆਦੀ ਰੂਪ ਨਾਲ ਨਹੀਂ ਅਪਣਾ ਸਕੇ। ਰਾਜਨੀਤਿਕ ਗਤੀਵਿਧੀ ਦੇ ਬਜਾਏ ਉਸ ਵੇਲੇ ਗਾਂਧੀ ਜੀ ਨੇ ਬੁਨਿਆਦੀ ਧਰਾਤਲ ਨਾਲ ਰਾਸ਼ਟਰ ਨਿਰਮਾਣ ਲਈ ਰਚਨਾਤਮਕ ਕਾਰਜ ਵੱਲ ਧਿਆਨ ਕੇਂਦਰਿਤ ਕੀਤਾ। ਕੁੱਲ ਜਨਸੰਖਿਆ ਦੀ ਲਗਭਗ 80% ਪੇਂਡੂ ਆਬਾਦੀ ਨੂੰ ਸਿੱਖਿਅਤ ਕਰਨਾ ਆਸਾਨ ਕੰਮ ਨਹੀਂ ਸੀ। ਗਾਂਧੀ ਜੀ ਨੇ ਅਛੂਤਤਾ ਦੇ ਵਿਰੁੱਧ ਲੜਾਈ ਜਾਰੀ ਰੱਖੀ। ਉਹਨਾਂ ਨੇ ਹੱਥ ਨਾਲ ਕਤਾਈ, ਬੁਣਾਈ ਅਤੇ ਹੋਰ ਛੋਟੇ ਉਦਯੋਗਾਂ ਨੂੰ ਪ੍ਰੋਤਸਾਹਨ ਦਿੱਤਾ ਤਾਂ ਜੋ ਬੇਰੁਜ਼ਗਾਰ ਲੋਕਾਂ ਨੂੰ ਰੋਜ਼ੀ ਰੋਟੀ ਉਪਲਬਧ ਹੋਵੇ। ਗਾਂਧੀ ਜੀ ਸੇਵਾਗ੍ਰਾਮ ਵਿੱਚ ਲੱਗੇ ਰਹੇ ਜੋ ਬਾਅਦ ਵਿੱਚ ਉਹਨਾਂ ਦੇ ਸਮਾਜਿਕ ਅਤੇ ਆਰਥਿਕ ਕਲਿਆਣ ਦੇ ਕਾਰਜਾਂ ਦਾ ਕੇਂਦਰ ਬਣਿਆ।